व्यापक स्वरूप के दर्शन होने। तो महाराज सच्चे पातशाह आपां नूं फरमाउंदे ने इहदे लई आपां यतनशील हाँ, कोशिश करते हाँ कि मेरी एकाग्रता बने, टिकाऊ बने, रस बने। ये सारियां दी इच्छा है, पर सारियां दी इच्छा पूरी नहीं हुंदी। जिवें महाराज ने बचन कीता, हुण लोग मन की एकाग्रता की गल करते ने। सतगुरु कहते ने हुण लोग सुचम रख के कोशिश करते ने, फिर उदों बाद गल आई चुप है चुप ना हो गई। बहुत सारे लोग पहाड़ों में 12 सालों तक मौन रखते ने, बोलना नहीं, गल नहीं करनी। मौनी होए बैठा एकांती हिरदै कल्पन गाठा। मौनी जिहड़े ने वो एकांत वास करते ने, उन्हां दे अंदर हिरदे विच कल्पना दियां बड़ियां बड़ियां गट्ठां बणियां पईयां ने। ਉਹਦਾ ਮਨ शांत नहीं हुंदा, टिकाऊ विच नहीं हुंदा। संसार नूं सतगुरु समझाउंदे ने चुप रहण नाल चुप ना हो गई। बाहरों जुबान बंद कर लई, बुੱਲ बंद कर लए, बोलण ਤੋਂ ਆਪਾਂ ने, पर अंदरला जिहड़ा है जिथों आवाज़ प्रगट हुंदी, जिथों साडा फुरना शुरू हुंदा, जिथों असली अंदर है बोलण वाला। जिवें इत्थे स्पीकर लगे हुए ने, उन्हां दे मूहरे जाके कोई हथ रखी जावे, कोई उहदे उत्ते प्लेट वड्डी सारी ला दूगा, कोई कहे इहदे ते कपड़ा बंध दो तां आवाज़ बंद हो। स्पीकर जिहड़े ने उन्हां दा रस्ता है माइक। माइक विचों बोलना बंद कर दिए जां पिछों माइक ही बंद कर दिए, फिर वो स्पीकर बंद हो सकता। इस तरह साडी जिहड़ी जुबान है, बुੱਲ हिलदे ने, मूँह है साडा, ये तो स्पीकर का काम करदा। वास्तव दे विच बोलण वाला साडे अंदर बैठा, जिहड़ा अंदरों बोलदा। जिहड़ी अंदरली आवाज़ है वो फिर बाहर प्रगट हुंदी। जो जी होए सो उगवै। जो गल साडे जी चित्त च हुंदी उही प्रगट हुंदी है। मूँह च जिहड़ी गल आउंदी पहलां अंदर आउंदी। ताइयों सियाणे ने कहावत कही है, पहलां तोलो अंदर। मन च अपने गल आ गई कोई, पर सोच लो कि करनी कि नहीं, ਇਹਦਾ नुकसान तो नहीं, ਇਹਦਾ फायदा तो कर लो, फिर बोलो। ਹੁਣ ਆਪਣੇ ਅੰਦਰਲਾ ਜਿਹੜਾ ਹੈ ਸਾਡਾ ਮਨ ਹੈ ਉਹ ਫੁਰਨਾ ਕਰਦਾ, ਬੋਲਣਾ ਉਹਨੂੰ ਬੰਦ ਕਰਨਾ। ਕੱਲੇ ਬਾਹਰਲੇ ਬੋਲ ਨੂੰ ਬੰਦ ਕਰਕੇ ਮਨ ਦੀ ਚੁੱਪ ਨਹੀਂ ਹੁੰਦੀ। ਚੁੱਪ ਹੈ ਚੁੱਪ ਨਾ ਹੋ ਗਈ, ਜੇ ਲਾਏ ਰਹਾ ਲਿਵ ਤਾਰ। ਹੁਣ ਲਿਵ ਤਾਰ ਕੀ ਹੋਈ? ਜਿਵੇਂ ਆਪਾਂ ਪਾਣੀ ਦਾ ਇੱਕ ਜੱਗ ਭਰ ਕੇ ਵੱਡਾ ਸਾਰਾ ਬਰਤਨ ਉੱਪਰੋਂ ਪਾਣੀ ਡੋਲੀਏ, ਉਹਦੀ ਥੱਲੇ ਤੱਕ ਧਾਰ ਬਣ ਜਾਂਦੀ ਇੱਕ, ਪਰ ਫਿਰ ਵੀ ਉਹ ਪਾਣੀ ਖਿੰਡਦਾ ਰਹਿੰਦਾ, ਪੂਰੀ ਧਾਰ ਬੱਝਵੀਂ ਨਹੀਂ ਪੈਂਦੀ। ਕਿਉਂ? ਪਾਣੀ। ਤੇ ਜੇ ਆਪਾਂ ਕਿਸੇ ਵੀ ਤੇਲ ਨੂੰ ਡੋਲੀਏ, ਤੇਲ ਸਰੋਂ ਦਾ ਜਾਂ ਹੋਰ ਕੋਈ ਤੇਲ ਜੱਗ ਭਰ ਕੇ ਡੋਲੀਏ, ਥੱਲੇ ਧਾਰਾ ਵਗਾਈਏ, ਤਾਂ ਉਹ ਬਿਲਕੁਲ ਕੋਈ ਛਿੱਟਾ ਸਾਈਡਾਂ 'ਤੇ ਨਹੀਂ ਪੈਂਦਾ, ਉਹਦੀ ਧਾਰਾ ਖਿੰਡਾਓ ਵਿੱਚ ਨਹੀਂ ਹੁੰਦੀ। ਪਾਣੀ ਡੋਲੋ ਤਾਂ ਪਾਣੀ ਦੇ ਅੰਦਰੋਂ ਕਈ ਪ੍ਰਕਾਰ ਦੇ ਛਿੱਟੇ ਪੈਂਦੇ ਨੇ, ਖਿੰਡਦਾ ਹੈ, ਪਾਣੀ ਖਿੰਡਾਓ ਵਿੱਚ ਆਉਂਦਾ। ਹੁਣ ਇਹੀ ਜਿਹੜੀ ਤੇਲ ਧਾਰਾ ਹੈ
ਇਹਨੂੰ ਹੁਣ ਕਥਾ ਦੇ ਅੱਖਰਾਂ 'ਚ ਕਿਹਾ ਜਾਂਦਾ ਹੈ, ਜੇ ਲਾਏ ਰਹਾ ਲਿਵਤਾਰ। ਜੇ ਤੇਲ ਧਾਰਾ ਵਾਂਗੂ ਸਮਾਧੀ ਲਾ ਕੇ ਚੁੱਪ ਹੋ ਕੇ ਬੈਠਾ ਰਹੇ ਤਾਂ ਵੀ ਅੰਦਰੋਂ ਮਨ ਜਿਹੜਾ ਚੁੱਪ ਨਹੀਂ ਹੁੰਦਾ। ਮਨ ਨੂੰ ਚੁੱਪ ਕਰਾਉਣ ਲਈ ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰਬਾਣੀ ਦਾ ਸਰਵਣ ਕਰਨਾ ਜ਼ਰੂਰੀ ਹੈ, ਗਿਆਨ ਦਾ ਲੈਣਾ ਜ਼ਰੂਰੀ ਹੈ। ਸੋ ਇਸ ਕਰਕੇ ਜਦੋਂ ਵੀ ਆਪਾਂ ਪਾਠ ਕਰਦੇ ਹਾਂ, ਕਿਉਂਕਿ ਇਹ ਦੱਸਣਾ ਹਰ ਥਾਂ ਹੀ ਜ਼ਰੂਰੀ ਹੁੰਦਾ ਹੈ, ਕਥਾ ਵਿੱਚ ਪਹਿਲਾਂ ਵੀ ਦੱਸਿਆ ਹੋਇਆ, ਕੱਲ੍ਹ ਵੀ ਪਰਸੋਂ ਵੀ ਕਈਆਂ ਨੇ ਪੁੱਛਿਆ ਮਨ ਨਹੀਂ ਟਿਕਦਾ ਬਾਣੀ ਪੜ੍ਹਦੇ ਹਾਂ। ਇਹ ਤਰੀਕਾ ਆਪਾਂ ਨੇ ਮਹਾਂਪੁਰਖਾਂ ਦੀ ਪੁਸਤਕ 'ਚ ਪੜ੍ਹਿਆ ਵੀ ਹੋਊਗਾ, ਸੇਕ ਨੇਹਿਆ ਦੇ ਵਿੱਚ, ਪਰ ਉਹਨਾਂ ਕੋਲ ਅਸੀਂ ਪ੍ਰੈਕਟੀਕਲੀ ਇਹ ਚੀਜ਼ਾਂ ਬਹਿ ਕੇ ਸਿੱਖੀਆਂ, ਕੋਲ ਬੈਠ ਕੇ ਪਾਠ ਕਰਨਾ। ਵੈਸੇ ਤਾਂ ਇਹ ਹੋਣਾ ਚਾਹੀਦਾ ਇਸ ਤਰ੍ਹਾਂ ਵੀ ਜਿਵੇਂ ਬੈਠ ਕੇ ਉਹ ਪਾਠ ਕਰਾਉਂਦੇ ਸੀ, ਉਸ ਤਰ੍ਹਾਂ ਪਾਠ ਕਰਨ ਦਾ ਇੱਕ ਸਮਾਂ ਹੋਣਾ ਚਾਹੀਦਾ। ਕਿਉਂਕਿ ਜਦੋਂ ਤੱਕ ਆਪਾਂ ਇੱਕ ਸਿੱਖ ਹੈ, ਦੋਏ ਸਾਧ ਸੰਗ, ਪੰਜੀ ਪਰਮੇਸ਼ਰ ਹੈ, ਘੱਟੋ ਘੱਟ 2 ਜਾਣੇ ਬੈਠ ਕੇ ਅਭਿਆਸ ਕਰਨ, 3 ਜਾਣੇ ਬੈਠਣ ਹੋਰ ਜ਼ਿਆਦਾ ਵਧੀਆ, 4, 5, 10, ਜਿੰਨੇ ਜਾਣਾ ਜ਼ਿਆਦਾ ਬੈਠਾਂਗੇ ਉਨੇ ਜਾਣਾ ਦੇ ਉੱਤੇ ਉਹ ਪ੍ਰਭਾਵ ਪੈਂਦਾ। ਹੁਣ ਇਕੱਲੇ ਦਾ ਬੈਠੇ ਦਾ ਮਨ ਭਾਵੇਂ ਬਾਣੀ ਪੜ੍ਹੇ ਵਿਕਾਰਾਂ ਵੱਲ ਚਲਿਆ ਜਾਵੇ, ਗਲਤ ਕੰਮ ਕਰੀ ਜਾਵੇ, ਇੱਧਰ ਚਲਿਆ ਜਾਏ ਉੱਧਰ ਚਲਿਆ ਗਿਆ, ਕੁਛ ਵੀ ਕਰੀ ਜਾਂਦਾ, ਉਹਨੂੰ ਟੋਕਣ ਵਾਲਾ ਕੋਈ ਨਹੀਂ, ਕਹਿਣ ਵਾਲਾ ਨਹੀਂ ਕੋਈ। ਪਰ ਜਦੋਂ ਕੋਲ ਕੋਈ ਬੈਠਾ ਹੋਵੇਗਾ ਜਾਂ ਆਪਾਂ ਉਸ ਢੰਗ ਨਾਲ ਪਾਠ ਕਰੀਏ ਤਾਂ ਉਦੋਂ ਸਾਨੂੰ ਪੁੱਛਣ ਵਾਲਾ ਵੀ ਕੋਈ ਹੋਣਾ ਚਾਹੀਦਾ। ਜਦੋਂ ਕਥਾ ਰਿਕਾਰਡ ਹੋ ਰਹੀ ਸੀ USA ਚੈਲਸ ਬਰੰਟੇ, USA ਤੋਂ 10 ਕੁ ਜਾਣੇ ਆਏ ਸੀ ਸਿੰਘ, ਉਹ ਕਹਿੰਦੇ ਸਾਨੂੰ, ਤੁਸੀਂ ਕਹਿੰਦੇ ਬਾਬਾ ਜੀ ਤੁਹਾਡੇ ਕੋਲ ਬਹਿ ਕੇ ਪਾਠ ਕਰਾਉਂਦੇ ਹੁੰਦੇ ਸੀ, ਸਾਨੂੰ ਵੀ ਕਰਾਓ ਉਸ ਤਰ੍ਹਾਂ। ਮੈਂ ਕਿਹਾ ਚਲੋ ਆਪਾਂ ਉਸ ਤਰ੍ਹਾਂ ਕਰ ਲੈਂਦੇ ਬਹਿ ਕੇ, ਇੱਕ ਇੱਕ ਪੌੜੀ ਜਪਜੀ ਸਾਹਿਬ ਦੀ ਸਾਰੇ ਪੜ੍ਹੀ ਜਾਓ ਹੌਲੀ ਹੌਲੀ। ਪਰ ਇੱਕ ਗੱਲ ਹੈ ਕਿ ਜਦੋਂ ਮਨ ਬਾਹਰ ਜਾਵੇ ਤਾਂ ਉਦੋਂ ਹੱਥ ਖੜਾ ਕਰ ਦੇਣਾ। ਜਦੋਂ ਹੁਣ ਸ਼ੁਰੂ ਕੀਤਾ ਪਾਠ, ਪਹਿਲੀ ਪੌੜੀ ਵਿੱਚ ਬੰਦੇ ਨੇ ਹੱਥ ਖੜਾ ਕਰਤਾ, ਹਾਂਜੀ ਕਿੱਥੇ ਗਿਆ ਪੁੱਛਿਆ, ਫਿਰ ਦੂਜਾ ਤੀਜਾ, 10 ਪੌੜੀਆਂ ਵਿੱਚ ਸਾਰਿਆਂ ਨੂੰ ਨੀਂਦ ਆਉਣ ਲੱਗ ਗਈ ਉਹਨਾਂ ਨੂੰ। ਮੈਂ ਕਿਹਾ ਹੁਣੇ ਆਵਾਸੀਆਂ ਲਈ ਜਾਂਦੇ, ਨੀਂਦ ਆਈ ਜਾਂਦੀ। ਕਹਿੰਦੇ ਔਖਾ ਹੈ, ਇਸ ਤਰ੍ਹਾਂ ਕਰਨਾ ਔਖਾ ਹੈ। ਵੀ ਇਹ ਔਖਾ ਲੱਗਦਾ ਪਰ ਇਹੀ ਰਸਤਾ ਹੈ ਵਾਸਤਵ ਦੇ ਵਿੱਚ, ਅਸਲੀ ਰਸਤਾ ਇਹੀ ਹੈ। ਕਿਉਂ ਜਦੋਂ ਮਿਲ ਕੇ ਬੈਠੀਏ ਤਾਂ ਮਿਲ ਕੇ ਇੱਕ ਦੂਜੇ ਦਾ ਮਨ ਇੱਕ ਦੂਜੇ ਦੇ ਭੈ ਵਿੱਚ ਰਹਿੰਦਾ, ਇਹਨੂੰ ਕਹਿੰਦੇ ਸੰਗਤ ਦਾ ਕਿਲਾ। ਮਰਨ ਲੱਗਿਆ ਇੱਕ ਬੱਚੇ ਦੇ ਪਿਤਾ ਨੇ ਉਹਨੂੰ ਕਿਹਾ ਤੂੰ ਕਿਲੇ ਵਿੱਚ ਰਹੀਂ, ਮਿੱਠਾ ਮਿੱਠਾ ਖਾਈ ਤੇ ਛਾਵੇਂ ਛਾਵੇਂ ਦੁਕਾਨ ਤੇ ਜਾਈ, ਛਾਵੇਂ ਛਾਵੇਂ ਆਈ। ਹੁਣ ਪਿਤਾ ਚੜ੍ਹਾਈ ਕਰ ਗਿਆ, ਬੱਚੇ ਨੇ ਅਮਲ ਕੀਤਾ ਉਹਦੀ ਗੱਲ ਤੇ। ਉਹ ਬੱਚੇ ਨੇ ਜਿੰਨੇ ਪੈਸੇ ਸੀ ਇਕੱਠੇ ਕਰਕੇ ਇੱਕ ਛੋਟਾ ਜਿਹਾ ਕਿਲਾ ਬਣਵਾ ਲਿਆ, ਕਿਲੇ 'ਚ ਰਹਿਣ ਲੱਗ ਪਿਆ। ਦੁਕਾਨ ਤੱਕ ਸ਼ਾਮਿਆਨੇ ਲਵਾ ਲਏ, ਛਾਵੇਂ ਛਾਵੇਂ ਜਾਵੇ, ਛਾਵੇਂ ਛਾਵੇਂ ਆਵੇ ਤੇ ਮਠਿਆਈਆਂ ਹੀ ਖਾਈ ਜਾਵੇ। ਮਿੱਠਾ ਖਾ ਖਾ ਕੇ ਬਿਮਾਰ ਹੋ ਗਿਆ, ਕੰਮ ਬੰਦ ਹੋ ਗਿਆ। ਰਿਸ਼ਤੇਦਾਰ ਸਿਆਣਾ ਸੀ, ਇੱਕ ਪਤਾ ਲੈਣਾ ਕੀ ਗੱਲ ਹੈ, ਇਹ ਕੀ ਹੈ, ਸ਼ਾਮਿਆਨੇ ਲਾਏ ਨੇ, ਕਿਲਾ ਬਣਾ ਲਿਆ ਛੋਟਾ ਜਿਹਾ, ਮਿੱਠਾ ਖਾਈ ਜਾਂਦਾ।
ਕਹਿੰਦਾ ਪਿਤਾ ਜੀ ਇਦਾਂ ਕਹਿ ਗਏ ਸੀ। ਉਹ ਬਜ਼ੁਰਗ ਸਿਆਣਾ ਸੀ, ਕਹਿੰਦਾ ਪਿਤਾ ਜੀ ਤੈਨੂੰ ਜਿਸ ਤਰ੍ਹਾਂ ਕਹਿ ਗਏ ਸੀ ਉਹ ਮੈਂ ਦੱਸਦਾ। ਉਹਨਾਂ ਨੇ ਕਿਹਾ ਸੀ ਕਿਲੇ ਵਿੱਚ ਰਹੀਂ, ਮਤਲਬ ਕਿ ਸੰਗਤ ਰੂਪ ਕਿਲੇ 'ਚ ਰਹੀਂ, ਕਿਉਂਕਿ ਜੇ ਸਾਧ ਸੰਗਤ ਮਿਲੇ ਤਾਂ ਸੰਗਤ ਦਾ ਡਰ ਬਣਿਆ ਰਹਿੰਦਾ, ਇਕੱਲਾ ਤਾਂ ਕੋਈ ਵੀ ਗਲਤੀ ਕਰ ਦਿੰਦਾ। ਦੂਜੀ ਗੱਲ ਹੈ ਜਿਹੜੀ ਤੈਨੂੰ ਕਿਹਾ ਸੀ ਛਾਵੇਂ ਛਾਵੇਂ ਦਾ ਮਤਲਬ ਦੁਕਾਨ ਤੇ ਜਾਣ ਦਾ, ਵੀ ਸਵੇਰੇ ਸਵੇਰੇ ਹਨੇਰੇ ਹਨੇਰੇ ਜਾਈ ਤਾਂ ਕਿ ਗਾਹਕ ਜ਼ਿਆਦੇ ਮਿਲੇਗਾ, ਸ਼ਾਮ ਨੂੰ ਹਨੇਰੇ ਹੋਏ ਆਈ। ਤੀਸਰੀ ਗੱਲ ਜਿਹੜੀ ਕਹੀ ਸੀ ਮਿੱਠਾ ਖਾਈ, ਉਹ ਤੈਨੂੰ ਇਹ ਕਿਹਾ ਸੀ ਵੀ ਜਦ ਭੁੱਖ ਲੱਗੇ ਬਹੁਤ ਤਾਂ ਬੇਹੀ ਰੋਟੀ ਵੀ ਮਿੱਠੀ ਲੱਗਦੀ, ਵੀ ਭੁੱਖ ਲੱਗੀ ਤੋਂ ਖਾਈ। ਤੂੰ ਉਹਨਾਂ ਗੱਲਾਂ ਦੇ ਜਿਹੜੇ ਅਰਥ ਨੇ ਉਲਟ ਕੱਢ ਲਏ ਸਾਰੇ। ਆਪਾਂ ਨੂੰ ਵੀ ਮਹਾਰਾਜ ਨੇ ਕਿਹਾ ਕਿਲੇ ਵਿੱਚ ਰਹੋ, ਸੰਗਤ ਦਾ ਕਿਲਾ ਹੈ, ਵਿਕਾਰਾਂ ਤੋਂ ਬਚਤ ਕਰਾਉਂਦਾ ਹੈ, ਡਰ ਭੈ ਰਹਿੰਦਾ ਹੈ, ਇੰਨੀ ਸੰਗਤ ਬੈਠੀ ਹੈ। ਜਿਹੜੀ ਮਨ 'ਚ ਗੱਲ ਮਾੜੀ ਆਉਂਦੀ ਹੈ, ਕੋਈ ਖਿਆਲ ਮਾੜਾ ਆ ਗਿਆ ਹੈ, ਅੰਦਰ ਹੈ ਆਪਣੇ, ਉੱਠ ਕੇ ਸੰਗਤ 'ਚ ਬੋਲੋ ਵੀ ਮੇਰੇ ਮਨ 'ਚ ਆ ਰਿਹਾ। ਬੰਦਾ ਬੋਲ ਨਹੀਂ ਸਕਦਾ, ਸੰਗਤ ਨੇ ਕਹਿਣਾ ਇੰਨਾ ਮਾੜਾ ਆਦਮੀ, ਦੇਖਣ ਨੂੰ ਤਾਂ ਬੜਾ ਚੰਗਾ ਲੱਗਦਾ। ਉਹ ਫਿਰ ਡਰ ਵਿੱਚ ਆ ਜਾਂਦਾ, ਭੈ ਵਿੱਚ ਆ ਜਾਂਦਾ। ਪੰਜਵੇਂ ਪਾਤਸ਼ਾਹ ਕੋਲ ਜਿਵੇਂ ਤਰਨ ਤਾਰਨ ਸਾਹਿਬ ਪਿੰਡਾਂ ਦੇ ਚੌਧਰੀ ਆਉਂਦੇ ਸੀ, ਇੱਕ ਚੌਧਰੀ ਕਹਿਣ ਲੱਗਿਆ ਮਹਾਰਾਜ ਹੁਣ ਕੀ ਕਰੀਏ, ਆਪ ਨੇ ਕਿਹਾ ਝੂਠ ਨਾ ਬੋਲਿਆ ਕਰੋ, ਹੁਣ ਇਹੋ ਜਿਹੇ ਕੰਮਾਂ 'ਚ ਝੂਠ ਬੋਲਣਾ ਪੈਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜਿੰਨਾ ਝੂਠ ਬੋਲੀ ਕੋਸ਼ਿਸ਼ ਕਰ ਨਾ ਬੋਲਿਆ ਜਾਵੇ, ਕਾਪੀ ਤੇ ਲਿਖ ਲਿਆ ਕਰ ਵੀ ਅੱਜ ਮੈਂ ਆਹ ਝੂਠ ਬੋਲਿਆ, ਜਾ ਬੋਲਿਆ, ਜਾ ਬੋਲਿਆ। ਜਦ ਤੁਸੀਂ ਮੱਸਿਆ ਤੇ ਆਓ ਇੱਥੇ ਤਾਂ ਮੱਸਿਆ ਵਾਲੇ ਦਿਨੋਂ ਫਿਰ ਤੂੰ ਕਾਪੀ ਨਾਲ ਲਿਆਈ, ਭਾਵ ਜਿਹੜੀ ਬਹੀ ਖਾਤੇ ਜੇ ਹੁੰਦੇ ਸੀ। ਜਦੋਂ ਆ ਗਿਆ ਮੱਥਾ ਟੇਕਿਆ, ਮਹਾਰਾਜ ਕਹਿੰਦੇ ਲਿਖ ਲਿਆ ਆ? ਕਹਿੰਦੇ ਹਾਂਜੀ। ਕਹਿੰਦੇ ਇੱਥੇ ਖੜਾ ਹੋ ਕੇ ਸਾਰੀ ਸੰਗਤ ਨੂੰ ਸੁਣਾ ਇਹ ਵੀ ਤੂੰ ਆਹ ਮਹੀਨੇ 'ਚ ਕਿੰਨੇ ਝੂਠ ਬੋਲਿਆ, ਕੀ ਕੀ ਬੋਲਿਆ। ਉਹ ਬੰਦਾ ਨਾਲੇ ਤਾਂ ਸੁਣਾਵੇ, ਨਾਲੇ ਮੁੜਕਾ ਮੁੜਕਾ ਆਈ ਜਾਵੇ ਉਹਨੂੰ, ਨਾਲੇ ਡਰੀ ਜਾਵੇ। ਸਾਰੇ ਕਹਿੰਦੇ ਇੰਨਾ ਮਾੜਾ ਤੂੰ, ਇੰਨਾ ਨੁਕਸਾਨ ਕਰਦਾ, ਇੰਨਾ ਝੂਠ ਬੋਲਦਾ। ਅਗਲੇ ਮਹੀਨੇ ਫਿਰ ਉਹ ਜਦੋਂ ਆਇਆ, ਉਹ ਝੂਠ 10% ਹੀ ਰਹਿ ਗਿਆ। ਸ਼ਰਮ ਆਉਂਦੀ ਬਈ ਸਾਰਿਆਂ 'ਚ ਆਪਣੀਆਂ ਗਲਤੀਆਂ ਦੱਸਦਿਆਂ ਹੋਇਆਂ। ਉਸ ਤੋਂ ਅਗਲੇ ਮਹੀਨੇ ਕਾਪੀ ਬਿਲਕੁਲ ਸਾਫ਼। ਮਹਾਰਾਜ ਝੂਠ ਛੱਡ ਹੀ ਦਿੱਤਾ ਜੀ, ਹੁਣ ਨਹੀਂ ਬੋਲਦੇ। ਕਿਉਂ? ਕਿਉਂ ਮਹਾਰਾਜ ਸ਼ਰਮ ਬੜੀ ਆਉਂਦੀ ਹੈ। ਇਸੇ ਪ੍ਰਕਾਰ ਜਿਹੜੀ ਸਾਧ ਸੰਗਤ ਦਾ ਕਿਲਾ ਹੈ, ਇਹਦੇ ਵਿੱਚ ਆਪਾਂ ਠੀਕ ਹੈ, ਮਨ ਦੇ ਅੰਦਰ ਚੱਲ ਰਿਹਾ, ਮਨ ਦੇ ਅੰਦਰ ਵਿਕਾਰ ਚੱਲਦੇ ਨੇ, ਮੂੰਹ ਚੁੱਪ ਹੈ ਪਰ ਚੁੱਪ ਨਾ ਹੋ ਬਈ। ਇਹ ਅੰਦਰੋਂ ਮਨ ਚੁੱਪ ਨਹੀਂ ਹੁੰਦਾ, ਅੰਦਰੋਂ ਪਗਾਂ ਬਿਨ ਹੁਰੀਆਂ ਮਾਰਤਾ। ਪਗਾਂ ਤੋਂ ਭਾਵ ਬਿਨਾਂ, ਪੈਰਾਂ ਤੋਂ ਬਿਨਾਂ ਕੀ ਹੁਰੀਆਂ, ਪੈਰ ਜਿਵੇਂ ਨਿੱਕਾ ਜਿਹਾ ਨਿਆਣਾ ਰੁੱਸ ਕੇ ਨਾ ਐ ਲੱਤਾਂ ਐ ਕਰਦਾ ਨਾ, ਮਾਰੀ ਜਾਂਦਾ ਇਦਾਂ ਲੱਤਾਂ ਰੁੱਸ ਕੇ, ਇਹਨੂੰ ਕਹਿੰਦੇ ਹੁਰੀਆਂ। ਇਹ ਪਗਾਂ ਬਿਨ ਹੁਰੀਆਂ ਮਾਰਤਾ, ਮਨ ਦੇਖੋ ਅੰਦਰ ਹੁਰੀਆਂ ਮਾਰੀ ਜਾਂਦਾ, ਹੁੱਜਾਂ ਮਾਰ, ਉੱਠ ਚੱਲੀਏ, ਚੱਲ ਹੁਣ ਇੱਥੇ ਕੀ ਹੈ। ਬਦਨਾ ਬਿਨ ਖਿਰ ਖਿਰ ਹਾਸਤਾ, ਮੂੰਹ ਤੋਂ ਬਿਨਾਂ ਹੀ ਹੱਸੀ ਜਾਂਦਾ ਅੰਦਰ, ਬਿਨਾਂ ਮੂੰਹ ਤੋਂ ਹੀ ਅੰਦਰੋਂ ਬੋਲੀ ਜਾਂਦਾ, ਬਿਨਾਂ ਮੂੰਹ ਤੋਂ ਹੀ ਅੰਦਰ ਕਰਮ ਕਰਦਾ। ਬੈਠਾ ਬੈਠਾ ਕਿਸੇ ਨੂੰ ਮਾਰ ਵੀ ਦਿੰਦਾ, ਬੈਠਾ ਬੈਠਾ ਕਿਸੇ ਨੂੰ ਜਿਉਂਦਾ ਵੀ ਕਰ ਦਿੰਦਾ, ਪਤਾ ਨਹੀਂ ਕੀ ਕੁਛ ਕਰਦਾ, ਆਪਣੀ ਦੁਨੀਆ 'ਚ ਖੇਡਦਾ, ਪਾਗਲ ਹੈ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਦੇ ਅੰਦਰ ਪਾਵਰ ਵੀ ਬੜੀ ਹੈ, ਸ਼ਕਤੀ ਵੀ ਬੜੀ ਹੈ, ਪਰ ਇਸ ਸ਼ਕਤੀ ਨੂੰ ਅਸੀਂ ਇਕੱਠਾ ਕਰਨਾ। ਜਿਵੇਂ ਪਾਣੀ ਬਹੁਤ ਪਿੱਛੋਂ ਆਉਂਦਾ ਹੋਵੇ, ਸਿਆਣਿਆਂ ਨੇ ਡੈਮ ਬਣਾ ਦਿੱਤਾ, ਪਾਣੀ ਨੂੰ ਇੱਕ ਥਾਂ ਇਕੱਠਾ ਕਰਕੇ ਉਹਦੇ ਤੋਂ ਬਿਜਲੀ ਦਾ ਕੰਮ ਲੈ ਲਿਆ।
ਪਾਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਹੜਾ ਮਨ ਦਾ ਖੰਡਾਓ ਹੈ, ਮਨ ਦੇ ਖੰਡਾਓ ਨੂੰ ਦੇਖੋ ਕਿੱਥੇ ਕਿੱਥੇ ਗਿਆ। ਹਜ਼ਾਰਾਂ ਪੀਸ ਹੋ ਗਏ ਮਨ ਦੇ, ਮਨ ਖਿੰਡਿਆ ਹੋਇਆ। ਛੋਟੇ ਹੁੰਦੇ ਆਪਾਂ ਜਿਹੜੇ ਸਕੂਲਾਂ 'ਚ ਪੜ੍ਹੇ, ਇੰਡੀਆ 'ਚ ਦੇਖੋ ਸ਼ਰਾਰਤ ਜੀ ਕਰਦੇ ਹੁੰਦੇ ਸੀ। ਐਨਕ ਦਾ ਮੋਟਾ ਸ਼ੀਸ਼ਾ ਲੈ ਕੇ ਉਹ ਸੂਰਜ ਵੱਲ ਕਰਕੇ ਤਿੱਖੀ ਜੀ ਲਾਈਟ ਕਰਕੇ ਉਹ ਪਾਉਣੀ ਦੂਜੇ ਦੇ ਹੱਥ ਤੇ। ਉਹ ਇੱਕਦਮ ਜਦੋਂ ਅੱਗ ਲੱਗਣੀ ਤੇ ਬੰਦੇ ਨੇ ਕਹਿਣਾ ਮੇਰਾ ਹੱਥ ਸਾੜਤਾ, ਕਾਰਬਨ ਪੇਪਰ ਸਾੜ ਦਿੰਦਾ ਉਹ ਸੂਰਜ ਦੀ ਸਾਰੀ ਸ਼ਕਤੀ ਇੱਕ ਥਾਂ ਇਕੱਠੀ ਕਰਕੇ ਜਦੋਂ ਲੰਘਾਈ ਤਾਂ ਉਹ ਸ਼ਕਤੀ ਬਣ ਗਈ, ਖਿੰਡੀਆਂ ਹੋਈਆਂ ਕਿਰਨਾਂ ਦੀ ਤਾਕਤ ਬਣ ਗਈ। ਇਸੇ ਤਰ੍ਹਾਂ ਸਾਡਾ ਮਨ ਖਿੰਡਿਆ ਹੋਇਆ ਥਾਂ 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 ਥਾਂ। ਸਵੇਰੇ ਇੱਕ ਜਦੋਂ ਨਵਾਂ ਪ੍ਰੈਕਟੀਕਲ ਆਉਂਦਾ ਸਾਹਮਣੇ, ਪਹਿਲਾਂ ਆਪਾਂ ਨਿਤਨੇਮ ਸ਼ੁਰੂ ਕਰਦੇ ਹਾਂ। ਬੇਨਤੀ ਕੀਤੀ ਆਪ ਜੀ ਨੂੰ, ਸਵੇਰੇ ਖਿੰਡਿਆ ਹੋਇਆ ਮਨ ਹੁੰਦਾ, ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਕਰੋ, ਪੋਥੀਆਂ ਦਾ ਜਾਂ ਗੁਰੂ ਸਾਹਿਬ ਦੇ ਚਿੱਤਰ ਦਾ ਦਰਸ਼ਨ ਕਰੋ। ਗੁਰੂ ਸਾਹਿਬ ਦਾ ਧਿਆਨ ਕਰਦੇ ਅਰਦਾਸ ਕਰਕੇ ਸ਼ੁਰੂ ਕਰੋ ਨਿਤਨੇਮ। ਹੌਲੀ ਹੌਲੀ ਇੱਕ ਓੰਕਾਰ ਕਹਿਣਾ, ਫਿਰ ਨਮਸਕਾਰ, ਸਿਰ ਝੁਕਾਉਣਾ, ਫਤਿਹ। ਇੱਕ ਓੰਕਾਰ ਹੀ ਪਰਮੇਸ਼ਰ ਹੈ, ਮੂਲ ਰੂਪ ਹੈ। ਇੱਕ ਓੰਕਾਰ, ਇਹ ਬਾਰ-ਬਾਰ ਕਿਉਂ ਕਹਿਣਾ ਜੀ? ਕਿਉਂਕਿ ਖਿੰਡੇ ਹੋਏ ਮਨ ਨੂੰ ਸੰਕੇਤ ਦੇ ਰਹੇ। ਕਈ ਜਗ੍ਹਾ ਦੇ ਉੱਤੇ ਆਹ ਜਿਹੜੀਆਂ ਸੜਕ ਦੇ ਉੱਤੇ ਲਾਈਟਾਂ ਹੁੰਦੀਆਂ ਨੇ, ਉਹ ਜਦੋਂ ਲਾਈਟ ਫਲੈਸ਼ਿੰਗ ਕਰਨ ਲੱਗ ਜਾਂਦੀ, ਮਤਲਬ ਕਿ ਹੁਣ ਇਹ ਬੰਦ ਹੋਣ ਵਾਲਾ ਕੰਮ। ਫਲੈਸ਼ਿੰਗ, ਅਸੀਂ ਵੀ ਮਨ ਨੂੰ ਫਲੈਸ਼ਿੰਗ ਦਿੰਦੇ ਹਾਂ ਵੀ ਆ ਜਾ ਹੁਣ ਪਾਠ ਕਰਨ ਲੱਗੇ, ਇੱਕ ਓੰਕਾਰ, ਇੱਕ ਓੰਕਾਰ, ਸਤਨਾਮ ਸਤਨਾਮ ਕਰਦੇ ਕਰਦੇ ਉਹਦੇ ਵਿੱਚ ਨੂੰ ਪ੍ਰਵੇਸ਼ ਹੋਣਾ, ਉਹਦੇ ਅਰਥਾਂ ਦੇ ਗਿਆਨ ਨੂੰ ਲੈਣਾ। ਸ਼ੁਰੂਆਤ ਚੰਗੀ ਹੋਵੇ ਨਿਤਨੇਮ ਦੀ, ਪਹਿਲੇ 5-10 ਮਿੰਟ 5 ਮਿੰਟ ਇਸੇ ਗੱਲ ਤੇ ਹੀ ਲਾਉਣੇ। ਇੱਕ ਕੀ ਹੈ? ਇੱਕ ਓੰਕਾਰ ਪ੍ਰਕਾਸ਼ ਸਰੂਪ ਹੈ, ਇੱਕ ਇੱਕੋ ਇੱਕ ਹੈ। ਇੱਕ ਓੰਕਾਰ ਦਾ ਮਤਲਬ ਕਿ ਉਹ ਸਾਰਿਆਂ ਨੂੰ ਪ੍ਰਕਾਸ਼ ਦਿੰਦਾ ਹੈ, ਬੁੱਧੀ ਨੂੰ ਪ੍ਰਕਾਸ਼ ਦਿੰਦਾ, ਮੇਰੀ ਨੂੰ। ਸਾਹਮਣੇ ਮੋਮਬੱਤੀ ਜਲਦੀ, ਇਹਨੂੰ ਵੀ ਪ੍ਰਕਾਸ਼। ਅੱਗ ਨੂੰ ਪ੍ਰਕਾਸ਼ ਵਾਹਿਗੁਰੂ ਦਿੰਦਾ। ਕੀ ਚੀਜ਼ ਹੈ ਅੱਗ ਬਾਰੇ ਕਦੇ ਸੋਚ ਕੇ ਦੇਖੋ, ਅੱਗ ਕੀ ਚੀਜ਼ ਹੈ? ਵਾਸਤਵ ਦੇ 'ਚੋਂ ਇੱਕ ਬਹਾਨਾ ਹੈ। ਵਾਹਿਗੁਰੂ ਦੀ ਜੋਤ ਨਾਲ ਹੀ ਅੱਗ ਬਲਦੀ, ਉਹਦੇ ਜੋਤ ਕਰਕੇ ਅੱਗ ਬਲਦੀ। ਵਾਹਿਗੁਰੂ ਦੀ ਜੋਤ ਕਰਕੇ ਹੀ ਸਾਡੀ ਬੁੱਧੀ ਕਰਮ ਕਰਦੀ। ਅਸਮਾਨ ਦੇ ਵਿੱਚ ਤਾਰੇ ਚਮਕਦੇ ਨੇ, ਵਾਹਿਗੁਰੂ ਦੀ ਜੋਤ ਸਦਕਾ ਚਮਕਦੇ। ਅਸਮਾਨ ਵਿੱਚ ਸੂਰਜ ਚਮਕਦਾ, ਵਾਹਿਗੁਰੂ ਦੀ ਜੋਤ ਹੈ। ਚੰਦਰਮਾ ਜੋਤ ਹੈ। ਬਿਜਲੀ ਲਿਸ਼ਕਦੀ ਅਸਮਾਨ ਵਿੱਚ ਬੱਦਲਾਂ 'ਚ, ਇਹ ਵੀ ਵਾਹਿਗੁਰੂ ਦੀ ਜੋਤ ਹੈ। 6 ਜੋਤਾਂ ਨੇ ਇਹ ਵੱਡੀਆਂ। ਖਟ ਜੋਤੀ ਪ੍ਰਕਾਸ਼, ਖਟ ਮਤਲਬ 6। 6 ਜੋਤਾਂ ਨੂੰ ਪ੍ਰਕਾਸ਼ ਕਰਦੇ ਨੇ ਓੰਕਾਰ ਜੀ। ਇਹ ਜਦੋਂ ਆਪਾਂ ਹੌਲੀ ਹੌਲੀ, ਉਹ ਹੁਣ ਮਨ ਦੀ ਇਕਾਗਰਤਾ ਅਰਥਾਂ ਨਾਲ ਹੁੰਦੀ। ਇੱਕ ਓੰਕਾਰ, ਇੱਕ ਓੰਕਾਰ ਦੀ ਮਹੱਤਤਾ ਨੂੰ ਸਮਝਣਾ, ਵਡੱਪਣ ਨੂੰ ਸਮਝਣਾ। ਹੌਲੀ ਹੌਲੀ ਸਤਨਾਮ, ਸਤਨਾਮ ਦਾ ਭਾਵ ਕੀ? ਇੱਕ ਓੰਕਾਰ ਸਤਨਾਮ, ਕਰਤਾ ਪੁਰਖ, ਧਿਆਨ ਲੈ ਕੇ ਜਾਣਾ। ਅੱਖਰ ਕਹਿਣਾ ਹੋਰ ਚੀਜ਼ ਹੁੰਦੀ ਹੈ, ਉਹਨੂੰ ਸਮਝਣਾ। ਕਰਤਾ ਦਾ ਮਤਲਬ ਕੀ ਹੈ? ਉਹ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ। ਜਿੰਨੀ ਦੁਨੀਆ ਤੁਸੀਂ ਬਣੀ ਹੋਈ ਦੇਖਦੇ ਹੋ, ਇਹਦਾ ਕਰਤਾ ਕੌਣ ਹੈ? ਵਾਹਿਗੁਰੂ। ਕਰਤਾ, ਪੁਰਖ, ਕਾਖੇ ਨੂੰ ਔਂਕੜ ਵੀ ਹੈ। ਪੁਰਖ ਹੁੰਦਾ ਪੂਰਨ ਰੂਪ ਵਿੱਚ ਵਿਆਪਕ ਹੈ। ਕੋਈ ਬੰਦਾ ਕੋਈ ਵੀ ਚੀਜ਼ ਬਣਾ ਕੇ ਉਹਦੇ ਵਿੱਚ ਆਪ ਨਹੀਂ ਬੈਠਦਾ। ਦਰਜੀ ਕੱਪੜਾ ਸਿਉਂ ਕੇ ਆਪਾਂ ਉਹ ਪਾਉਂਦੇ, ਆਪਾਂ ਘੜੇ ਘੁਮਿਆਰ ਬਣਾਉਂਦਾ, ਉਹ ਘੁਮਿਆਰ ਉਹਦੇ 'ਚ ਨਹੀਂ ਬੈਠਦਾ। ਕਾਰ ਬਣਾਉਣ ਵਾਲਾ ਹੋਰ ਆ, ਆਪਾਂ ਵਿੱਚ ਬੈਠਣ ਵਾਲੇ ਹੁੰਦੇ।
ਇਸ ਪ੍ਰਕਾਰ ਉਹ ਜਿਹੜਾ ਕਰਤਾ ਹੈ ਸਾਰੀ ਸ੍ਰਿਸ਼ਟੀ ਦਾ, ਪੁਰਖ ਪੂਰਨ ਹੈ, ਨਿਰਭਉ ਭੈ ਤੋਂ ਰਹਿਤ ਹੈ, ਉਹਨੂੰ ਕਿਸੇ ਤੋਂ ਡਰ ਨਹੀਂ। ਨਿਰਵੈਰ ਹੈ, ਵਾਹਿਗੁਰੂ ਵੈਰ ਤੋਂ ਰਹਿਤ ਨੇ, ਉਹਨਾਂ ਨੂੰ ਕਿਸੇ ਨਾਲ ਵੈਰ ਨਹੀਂ। ਫਿਰ ਆਪ ਵੀ ਇਹੋ ਜਿਹੇ ਬਣ ਕੇ ਦੇਖੋ ਵੀ ਜੇ ਮੇਰੇ ਮਨ 'ਚ ਕਿਸੇ ਪ੍ਰਤੀ ਵੈਰ ਨਹੀਂ ਤਾਂ ਕਿਹੋ ਜਿਹੀ ਫੀਲਿੰਗ ਆਉਂਦੀ ਹੈ। ਜੇ ਮੇਰਾ ਦੁਨੀਆ 'ਚ ਵੈਰ ਹੈ ਕਈਆਂ ਨਾਲ ਤਾਂ ਫਿਰ ਫੀਲਿੰਗ ਕਹੀ ਜਿਹੀ ਆਉਂਦੀ ਹੈ। ਜਬ ਲਾਗੇ ਜਾਣੈ ਬੈਰੀ ਮੀਤ, ਤਬ ਲਗ ਨੇਚਲ ਨਾਹੀ ਚੀਤ। ਵੈਰ ਰੱਖਣ ਨਾਲ ਫਿਰ ਮਨ ਟਿਕਾਓ 'ਚ ਨਹੀਂ ਆਉਂਦਾ। ਅਕਾਲ ਮੂਰਤ, ਕਾਲ ਤੋਂ ਰਹਿਤ, ਮੂਰਤ ਹੁੰਦੀ ਹਸਤੀ। ਸੋ ਮਹਾਰਾਜ ਨੇ ਇਹ ਮੂਰਤ ਅੱਖਰ ਕਈ ਤਰ੍ਹਾਂ ਨਾਲ ਵਰਤਿਆ। ਗੁਰਮੂਰਤ, ਗੁਰ ਸ਼ਬਦ ਹੈ। ਅਕਾਲ ਮੂਰਤ, ਅਚਲ ਮੂਰਤ, ਅਨਭਉ ਪ੍ਰਕਾਸ਼ ਅਮਿਤ ਤੋਜ ਕਹਿਜੈ। ਜਾਪ ਸਾਹਿਬ 'ਚ ਧਿਆਨ ਦਿਓ, ਕਈ ਜਗ੍ਹਾ ਮੂਰਤ ਅੱਖਰ ਵਰਤਿਆ। ਤਾਂ ਸਤਿਗੁਰੂ ਮਹਾਰਾਜ ਆਪਾਂ ਨੂੰ ਫਰਮਾਉਂਦੇ ਨੇ ਕਿ ਅਕਾਲ, ਕਾਲ ਤੋਂ ਰਹਿਤ ਮੂਰਤ ਸਰੂਪ ਹੈ। ਇਹ ਨਾਲ ਨਾਲ ਸੋਚੀ ਜਾਣਾ ਕਿ ਕਾਲ ਤੋਂ ਰਹਿਤ ਤਾਂ ਮੇਰਾ ਵੀ ਸਰੂਪ ਹੈ। ਕਿਹੜਾ? ਜਿਹੜਾ ਅੰਦਰ ਆਤਮਾ ਹੈ। ਜਿਹੜਾ ਆਪਣਾ ਬਾਹਰਲਾ ਹੈ ਇਹ ਰੂਪ ਹੈ। ਇਹ ਰੂਪ ਨਾਸ ਹੋ ਜਾਂਦਾ। ਰੂਪ ਜਾਤ ਜੋਬਨ ਰਾਜ ਮਾਲ, ਰੂਪ ਜਾਤ ਜੋਬਨ ਪੰਜੇ ਠੱਗ। ਜਿੰਨਾ ਸੁੰਦਰ ਚਿਹਰਾ ਜਵਾਨੀ 'ਚ ਹੁੰਦਾ, ਬੁਢੇਪੇ 'ਚ ਉਸੇ ਝੁਰੜੀਆਂ ਪੈਣੀਆਂ। ਧੋਖਾ ਹੈ। ਰਾਜ ਵੀ ਇੱਕ ਧੋਖਾ ਹੈ, ਜਾਤ ਵੀ ਧੋਖਾ ਹੈ। ਇਹ ਮਾਇਆਵੀ ਚੀਜ਼ਾਂ ਨੇ। ਮਾਲ ਧਨ ਵੀ ਧੋਖਾ ਹੈ। ਇਹ ਸਾਰੀਆਂ ਚੀਜ਼ਾਂ ਧੋਖਾ ਦੇਣ ਵਾਲੀਆਂ ਨੇ। ਇਸ ਕਰਕੇ ਆਪਾਂ ਵਿਚਾਰ ਨਹੀਂ ਕਿ ਮੇਰਾ ਜਿਹੜਾ ਰੂਪ ਹੈ ਬਾਹਰ, ਜੋ ਮੈਂ ਰੂਪ ਕੀਏ ਬਹੁ ਤੇਰੇ ਰੂਪ, ਰੂਪੀ ਭੁੱਖ ਨਾ ਉਤਰੈ ਜਾਂ ਦੇਖਾਂ ਤਾਂ ਭੁੱਖ। ਮਹਾਰਾਜ ਕਹਿੰਦੇ ਰੂਪ ਬਾਹਰਲਾ ਹੈ, ਤੂੰ ਆਪਣੇ ਸਰੂਪ ਨੂੰ ਦੇਖਣਾ ਸੀ। ਇਹ ਸਰੂਪ ਨਾਸਵੰਤ ਨਹੀਂ ਹੁੰਦਾ। ਬਾਹਰਲਾ ਰੂਪ ਤਾਂ ਨਾਸ ਹੋ ਜਾਣਾ, ਕਿਉਂਕਿ ਤਾਂ ਥੋੜੇ ਚਿਰ ਦੀ ਖੇਡ ਹੈ। ਫਿਰ ਫੋਟੋ ਜੀ ਘਰ ਦੇ ਖਿੱਚ ਕੇ ਵੱਡੀ ਸਾਰੀ ਮਹਾਰਾਜ ਦੇ ਮੂਹਰੇ ਰੱਖ ਦੇਣਗੇ ਵੀ ਇਹ ਹੁੰਦਾ ਸੀਗਾ ਬੰਦਾ। ਫੋਟੋ ਆਪਣੀ ਸਭ ਦੀ ਹੋਣੀ ਮਹਾਰਾਜ ਦੇ ਮੂਹਰੇ ਇੱਕ ਦਿਨ। ਕਦੇ ਸੋਚਿਆ ਨਹੀਂ ਹੈ ਤੁਸੀਂ? ਜਦ ਅਸੀਂ ਸੰਸਕਾਰ ਕਰਨਗੇ ਇੱਕ ਵਾਰ ਪਤਾਲਪੁਰੀ ਸਾਹਿਬ, ਉਸ ਵਕਤ ਮਹਾਂਪੁਰਖਾਂ ਦਾ ਸੰਸਕਾਰ ਮਹਿਤੇ ਬਾਬਾ ਕਰਤਾਰ ਸਿੰਘ ਜੀ ਖਾਲਸਾ ਦਾ ਹੋਇਆ। ਜਦੋਂ ਸਾਰੀ ਰਾਖ ਪਾਉਣ ਗਏ, ਉਦੋਂ ਇੱਕ ਕਿਸੇ ਬਜ਼ੁਰਗ ਦਾ ਵੀ ਉਸ ਥਾਂ ਦੇ ਉੱਤੇ ਅੰਗੀਠਾ ਲੈ ਕੇ ਆਏ ਵਿੱਚ ਪਾਉਣ ਨੂੰ। ਉਹਦੇ 'ਚ ਉਹਦੀ ਐਨਕ ਨਾਲ ਹੀ, ਹੋਰ ਸਮਾਨ ਸਾਰਾ ਨਾਲ ਹੀ। ਜਦੋਂ ਸਾਰਾ ਕੁਝ ਸੁੱਟਿਆ, ਮੇਰੇ ਨਾਲ ਚੰਗਾ ਤਕੜਾ ਅਭਿਆਸੀ ਸੀ, ਬੰਦਗੀ ਵਾਲਾ ਸਿੰਘ। ਉਹਨੇ ਮੈਨੂੰ ਕਿਹਾ, ਆਹ ਦੇਖ ਲਾ, ਤੇਰੀ ਐਨਕ ਵੀ ਇੱਦਾਂ ਹੀ ਆਉਣੀ ਹੈ। ਯਾਨੀ ਮਨ ਨੂੰ ਐ ਇੱਕਦਮ ਸੱਟ ਵੱਜਦੀ ਬੜੀ। ਅੱਛਾ, ਆਪਾਂ ਵੀ ਮਰਨਾ ਬਈ, ਚੇਤੇ ਹੀ ਭੁੱਲਿਆ। ਕਹਿੰਦਾ ਇੱਦਾਂ ਹੀ ਆਉਣੀ ਤੇਰੀ ਐਨਕ ਵੀ ਇੱਥੇ, ਕਿਤੇ ਐਵੇਂ ਆਕੜਿਆ ਫਿਰੇ। ਉਹ ਸਾਨੂੰ ਘੂਰ ਕੇ ਬੜਾ ਰੱਖਦਾ ਹੁੰਦਾ ਸੀ।